ਜੋ ਉਹਦੇ ਜੰਡੂ ਨੇ ਕਿਹਾ ਵਾ ਜੋ ਉਹਦੇ 'ਚ ਸੱਚਾਈ ਹੈਗੀ ਹੈ। ਵਿਰੋਧ ਹੋਇਆ ਵਾ ਜਦੋਂ ਉਹਨੇ ਕੈਮਿਸਟ ਨੂੰ ਚੋਰ ਕਿਹਾ, ਜਦੋਂ ਉਹਨੇ ਕੈਮਿਸਟ ਦਾ ਨੈਕਸਸ ਕਿਹਾ। ਕਿਸੇ ਦੀ ਡਿਗਨਿਟੀ ਨਾਲ ਆਪਾਂ ਕੋਈ ਖਿਲਵਾੜ ਨਹੀਂ ਕਰ ਸਕਦੇਗੇ ਬਿਨਾਂ ਪ੍ਰੋਪਰ ਨੌਲੇਜ ਤੋਂ। ਉਸ ਇਨਸਾਨ ਨੇ ਨਬਜ਼ ਠੀਕ ਪਕੜੀ ਹੈ ਪਰ ਟਰੈਕ ਗਲਤ ਫੜ ਲਿਆ। ਦੇਖੋ ਸਰ, ਨੈਕਸਸ ਦਾ ਮੇਨ ਚੱਲਦਾ ਫਾਰਮਾ ਕੰਪਨੀਆਂ ਦਾ, ਜਿਹੜੀਆਂ ਸਪਾਂਸਰਸ਼ਿਪ ਦੇ ਕੇ ਮੈਡੀਕਲ ਰੱਖ ਕੇ ਚੋਲਾ ਪਕੜਾ ਕੇ ਕੰਮ ਕਰਾਉਂਦੀਆਂ। ਅੱਜ ਕੋਈ ਕੈਮਿਸਟ ਜਿਹੜਾ ਵੈ ਆਪਣੇ ਬ੍ਰੈਡ ਐਂਡ ਬਟਰ ਤੋਂ ਉੱਪਰ ਨਹੀਂ ਹੈਗਾ। ਸਾਡੇ ਤੇ 1700 ਕੈਮਿਸਟ ਦਾ ਮਸਲ ਹੈਗਾ ਵੈ, 1700 ਚੋਂ 1600 ਕੈਮਿਸਟ ਬ੍ਰੈਡ ਐਂਡ ਬਟਰ ਤੇ ਹੈ। ਇਫ ਯੂ ਆਰ ਕਾਮਨ ਮੈਨ ਵੀ ਸ਼ੁੱਡ ਹੈਵ ਅ ਕਾਮਨ ਸੈਂਸ। ਤੇ ਸਾਡੀ ਕਾਮਨ ਸੈਂਸ ਨਹੀਂ ਹੈ ਤੇ ਦੈਨ ਵੀ ਹੈਵ ਟੂ ਪੇ। ਫਿਰ ਕੋਈ ਕੈਮਿਸਟ ਚੋਰ ਨਹੀਂ ਹੈ। ਬੀਤੇ ਦਿਨੀ ਲੁਧਿਆਣਾ ਦੇ ਵਿੱਚ ਗੁਰੂ ਨਾਨਕ ਮੋਦੀ ਖਾਨਾ ਨੂੰ ਲੈ ਕੇ ਇੱਕ ਬਹੁਤ ਵੱਡਾ ਵਿਵਾਦ ਪੈਦਾ ਹੋ ਗਿਆ, ਜਿਹਦੇ ਵਿੱਚ ਕਿ ਉਸ ਦੇ ਮਾਲਕ ਬਲਜਿੰਦਰ ਜਿੰਦੂ ਹੋਣਾ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਲੋਕਾਂ ਦੇ ਨਾਲ ਦਵਾਈਆਂ ਵੇਚਣ ਤੇ ਲੁੱਟ ਕੀਤੀ ਜਾ ਰਹੀ ਹੈ। ਆਖਿਰਕਾਰ ਕੀ ਹੈ ਲੁੱਟ, ਕਿਸ ਤਰੀਕੇ ਨਾਲ ਲੁੱਟ ਹੁੰਦੀ ਹੈ? ਕਿਆ ਬਲਜਿੰਦਰ ਜਿੰਦੂ ਠੀਕ ਹੈ? ਕਿਆ ਬਲਜਿੰਦਰ ਜਿੰਦੂ ਜੋ ਕਹਿ ਰਿਹਾ ਹੈ ਕਿਆ ਸਾਰੇ ਕੈਮਿਸਟ ਤੇ ਲਾਗੂ ਹੁੰਦਾ ਹੈ? ਅੱਜ ਅਸੀਂ ਚਰਚਾ ਕਰਾਂਗੇ ਅੰਮ੍ਰਿਤਸਰ ਦੇ ਦਵਾ ਬਾਜ਼ਾਰ ਦੇ ਵਿੱਚ, ਜੋ ਕਿ ਇੱਕ ਇਸ ਤਰੀਕੇ ਦਾ ਹੀ ਉਪਰਾਲਾ ਕਰ ਰਹੇ ਨੇ ਔਰ ਜਿਹਦੇ ਵਿੱਚ ਦਵਾਈਆਂ ਦੇ ਉੱਤੇ 70% ਤੱਕ ਦੀ ਜਿਹੜੀ ਉਹ ਲੈਸ ਦਿੰਦੇ ਨੇ। ਕੀ ਹੈ ਸਾਰਾ ਮਾਜਰਾ? ਸਾਡੇ ਨਾਲ ਰਜੇਸ਼ ਜੀ ਮੌਜੂਦ ਨੇ। ਰਜੇਸ਼ ਜੀ, ਕੀ ਹੈ ਮਸਲਾ? ਕਿਉਂਕਿ ਦੁਨੀਆ ਤੇ ਬਲਜਿੰਦਰ ਜਿੰਦੂ ਨੂੰ ਠੀਕ ਕਹਿ ਰਹੀ ਹੈ ਪਰ ਕੁਝ ਲੋਕ ਉਹਦਾ ਵਿਰੋਧ ਵੀ ਕਰ ਰਹੇ ਨੇ। ਆਖਿਰਕਾਰ ਮਾਜਰਾ ਹੈ ਕੀ ਹੈ? ਕਿਹੜਾ ਐਸਾ ਗੋਲਮਾਲ ਹੈ ਜਿਹੜਾ ਕਿ ਜਨਤਾ ਨੂੰ ਵੀ ਸਮਝ ਨਹੀਂ ਆ ਰਿਹਾ, ਜਾਂ ਜਿਹੜੀਆਂ ਸਰਕਾਰਾਂ ਨੇ ਜਾਂ ਕੈਮਿਸਟ ਨੇ ਜਾਂ ਤੁਹਾਡੇ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹ ਨਹੀਂ ਸਮਝਾ ਪਾਏ? ਸਰ ਦੇਖੋ, ਗੱਲ ਹੈਗੀ ਹੈ ਜੋ ਉਹਦੇ ਜੰਡੂ ਨੇ ਕਿਹਾ ਵਾ ਜੋ ਉਹਦੇ 'ਚ ਸੱਚਾਈ ਹੈਗੀ ਹੈ। ਉਹ 'ਚ ਕੋਈ ਦੋ ਰਾਏ ਨਹੀਂ ਗਈ। MRP 100 ਰੁਪਈਆ ਚੀਜ਼ ਦਾ ਰੇਟ 32 ਰੁਪਏ 33 ਰੁਪਏ ਸੱਚਾਈ ਹੈ। ਇਹ 'ਚ ਕੋਈ ਦੋ ਰਾਏ ਨਹੀਂ ਗਈ ਤੇ ਕੋਈ ਸੇ ਵੀ ਕੈਮਿਸਟ ਨੇ ਉਹਦਾ ਵਿਰੋਧ ਨਹੀਂ ਕੀਤਾ। ਠੀਕ ਹੈ ਨਾ। ਵਿਰੋਧ ਹੋਇਆ ਵਾ ਜਦੋਂ ਉਹਨੇ ਕੈਮਿਸਟ ਨੂੰ ਚੋਰ ਕਿਹਾ, ਜਦੋਂ ਉਹਨੇ ਕੈਮਿਸਟ ਦਾ ਨੈਕਸਸ ਕਿਹਾ। ਵਿਰੋਧ ਇਸ ਗੱਲ ਦਾ ਵਾ ਕਿਸੇ ਦੀ ਡਿਗਨਿਟੀ ਨਾਲ ਆਪਾਂ ਕੋਈ ਖਿਲਵਾੜ ਨਹੀਂ ਕਰ ਸਕਦੇਗੇ ਬਿਨਾਂ ਪ੍ਰੋਪਰ ਨੌਲੇਜ ਤੋਂ। ਠੀਕ ਹੈ। ਹੁਣ ਆਪਾਂ ਸੱਚਾਈ ਜਾਣੀਏ, ਸੱਚਾਈ ਦਾ ਰੌਲਾ ਪੈ ਗਿਆ ਵੀ ਇੱਕ ਐਥੀਕਲ ਤੇ ਇੱਕ ਜੈਨਰਿਕ, ਜਦ ਕਿ ਇਹੋ ਜਿਹਾ ਕੋਈ ਸਿਸਟਮ ਨਹੀਂ ਹੁੰਦਾ ਦਵਾਈਆਂ ਦੇ ਵਿੱਚ। ਟੈਕਨੀਕਲ ਮੈਡੀਸਨ ਦੋ ਤਰ੍ਹਾਂ ਦੀਆਂ। ਵਨ ਇਜ਼ ਪੇਟੈਂਟ, ਜਿਸ ਬੰਦੇ ਨੇ ਕੰਪਨੀ ਦਾ R&D ਕੀਤਾ ਉਹ ਪੇਟੈਂਟ ਮੈਡੀਸਨ ਹੈ 10 ਸਾਲ ਲਈ। ਪੇਟੈਂਟ ਤੋਂ ਬਾਅਦ ਜੈਨਰਿਕ ਮੋਲੀਕੂਲ ਹੋ ਜਾਂਦਾ ਵਾ। ਦੇयर ਇਜ਼ ਨੋ ਵਰਡ ਲਾਈਕ ਐਥੀਕਲ ਐਂਡ ਜੈਨਰਿਕ, ਦੋਨੋਂ ਜੈਨਰਿਕ ਹੈ। ਜਿਹੜੀ ਡਾਕਟਰ ਨੇ ਲਿਖੀ ਹੈ ਉਹ ਵੀ ਜੈਨਰਿਕ ਹੈ, ਜਿਹੜੀ ਅਸੀਂ ਡਿਸਪੈਂਸ ਕਰਾਂਗੇ ਉਹ ਵੀ ਜੈਨਰਿਕ ਹੋਏਗੀ। ਠੀਕ ਹੈ ਨਾ। ਉਹ 'ਚ ਐਥੀਕਲ ਵਰਡ ਕੋਈ ਨਹੀਂ ਹੈ। ਜਦੋਂ ਡਾਕਟਰ ਆਪਣੇ ਪੈਨ ਨਾਲ ਲਿਖ ਦਿੰਦਾ ਉਹਨੂੰ ਬ੍ਰਾਂਡ ਨੂੰ ਤੇ ਉਹ ਆਪਾਂ ਇਹਨੂੰ ਐਥੀਕਲ ਕਹਿੰਦੇ ਆ। ਜੋ ਡਾਕਟਰ ਬ੍ਰਾਂਡ ਨਹੀਂ ਲਿਖ ਰਿਹਾ ਉਹਨੂੰ ਅਸੀਂ ਜੈਨਰਿਕ ਕਹਿ ਰਹੇ ਹਾਂ। ਠੀਕ ਹੈ ਜੀ। ਤੇ ਕੋਈ ਕੈਮਿਸਟ, ਦੇਖੋ ਮੈਂ 22 ਸਾਲ ਤੋਂ ਫਾਰਮਾ ਦੇ ਵਿੱਚ ਹਾਂ। ਲਾਸਟ 7 ਮਹੀਨੇ ਤੋਂ ਮੈਂ ਰਿਟੇਲ ਸ਼ੁਰੂ ਕੀਤੀ ਹੈ। ਹੁਣ ਜਿਹੜੇ ਪ੍ਰੋਡਕਟ ਜਿਹਨੂੰ ਉਹਨਾਂ ਨੇ ਕਹੇ ਹੈ, ਤੁਸੀਂ ਦੇਖੋ ਇੱਥੇ, ਤੁਸੀਂ ਮੈਂ ਤੁਹਾਨੂੰ ਦਿਖਾਣਾ, ਇੱਕ ਮਿੰਟ ਆਓ, ਅਸੀਂ ਨਾਲ ਦਿਖਾਉਂਦੇ ਜਾਵਾਂਗੇ। ਪਰ ਸਰ ਆਪਾਂ ਹਰ ਜਗ੍ਹਾ ਲਿਖ ਕੇ ਲਗਾਇਆ ਹੋਇਆ ਕਿ ਸੇਵ ਅਪ ਟੂ 70%। ਬ੍ਰਾਂਡ ਨਾਲ ਲੱਗੇ ਹੋਏ ਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਤੁਸੀਂ ਇੱਕ ਬੋਰਡ ਵੀ ਹੈ ਸਰ, ਅਸੀਂ ਚਾਹਾਂਗੇ ਤੁਸੀਂ ਸਾਨੂੰ ਬੋਰਡ ਦਾ ਜਿਹੜਾ ਲਗਾਇਆ ਕਿ ਯੂ ਨੈਵਰ ਬਾਏ ਪ੍ਰਿਸਕ੍ਰਾਈਬਡ ਡਰੱਗ ਫਰੋਮ ਫਾਰਮੇਸੀ, ਇੰਸਟੈਡ ਯੂ ਬਾਏ ਏ ਪ੍ਰਿਸਕ੍ਰਾਈਬਡ ਬ੍ਰਾਂਡ। ਸਰ ਜਦੋਂ ਅਸੀਂ ਇੱਥੇ ਲਗਾਇਆ ਕਿ ਯੂ ਕੈਨ ਗੈਟ ਅਪ ਟੂ 70% ਡਿਸਕਾਊਂਟ ਔਨ ਜੈਨੂਇਨ ਮੈਡੀਸਿਨਸ। ਠੀਕ ਹੈ। ਹੁਣ ਲੋਕੀ ਵੀ 70% ਡਿਸਕਾਊਂਟ ਕਿੱਦਾਂ ਦਿਓਗੇ ਜੀ? ਮਾਲ ਚੋਰੀ ਦਾ ਹੈ, ਮਾਲ ਨਕਲੀ ਹੈ, ਕੀ ਹੈ? 70% ਡਿਸਕਾਊਂਟ ਕਿੱਦਾਂ ਹੋ ਸਕਦਾ ਦਵਾਈਆਂ ਤੇ? ਲੋਕੀ ਪੁੱਛਦੇ ਆ। ਅਸੀਂ ਫਿਰ ਲਿਖ ਕੇ ਲਗਾਤਾ ਕਲੈਰੀਫਿਕੇਸ਼ਨ ਵੀ ਹਾਊ ਟੂ ਸੇਵ 70% ਮੈਡੀਸਿਨਸ। ਬਿਕੋਜ਼ ਨਾਰਮਲੀ ਜਦੋਂ ਤੁਸੀਂ ਕਿਸੇ ਵੀ ਫਾਰਮੇਸੀ ਜਾਂਦੇ ਹੋ, ਤੁਸੀਂ ਦਵਾਈ ਤਾਂ ਮੰਗਦੇ ਹੀ ਨਹੀਂ, ਤੁਸੀਂ ਤਾਂ ਬ੍ਰਾਂਡ ਮੰਗਦੇ ਹੋ ਕਿ ਮੈਨੂੰ ਇਹ ਫਲਾਣਾ ਬ੍ਰਾਂਡ ਚਾਹੀਦਾ ਜੋ ਡਾਕਟਰ ਨੇ ਲਿਖਿਆ ਹੋਇਆ। ਠੀਕ ਹੈ ਨਾ। ਨਾਓ ਬੀਇੰਗ ਯੂ ਆਰ ਚਾਰਜ ਫॉर ਦ, ਉੱਥੇ ਲਿਖਿਆ ਗਿਆ ਤੁਸੀਂ ਹੁਣ ਡਰੱਗ ਦੇ ਆਪਾਂ ਤੁਹਾਨੂੰ ਚਾਰਜ ਨਹੀਂ ਕਰ ਰਹੇ, ਆਪਾਂ ਤੁਹਾਨੂੰ ਬ੍ਰਾਂਡ ਦਾ ਚਾਰਜ ਕਰ ਰਹੇ ਹਾਂ। ਠੀਕ ਹੈ ਨਾ। ਜੇ ਤੁਸੀਂ ਆਪਣੇ ਫੇਵਰੇਟ ਡਾਕਟਰ ਦਾ, ਆਪਣੇ ਰਿਲੇਟਿਵ ਡਾਕਟਰ ਦਾ ਇੱਕ ਬ੍ਰਾਂਡ ਛੱਡ ਦਿਓ, ਬ੍ਰਾਂਡ ਦਿਮਾਗ 'ਚੋਂ ਕੱਢ ਦਿਓ, ਤੁਸੀਂ ਸਿਰਫ ਡਰੱਗ ਦੀ ਡਿਮਾਂਡ ਕਰੋ ਤੇ ਉਹੀ ਡਰੱਗ ਤੇ ਜੇ 100 ਰੁਪਏ ਤੁਹਾਨੂੰ 70 ਦੀ, ਜੇ ਲੈਸ ਹੋਣੀ 30 ਰੁਪਏ ਮਿਲ ਜਾਣੀ ਹੈ। ਪਰ ਫਿਰ ਵੀ ਜਿਹੜਾ ਪੇਸ਼ੈਂਟ ਜਿਹੜਾ ਅੱਜ ਜੇ ਇੰਡੀਆ 'ਚ ਜਿਹੜਾ ਪੇਸ਼ੈਂਟ ਹੈਗਾ ਵੈ, ਇੱਥੇ ਡਾਕਟਰ ਭਗਵਾਨ ਹੈ। ਕੈਮਿਸਟ ਕੀ ਰਹਿ ਗਿਆ? ਕੈਮਿਸਟ ਹੋ ਗਿਆ ਕੰਪਾਊਂਡਰ ਡਾਕਟਰ ਦਾ। ਜਿਵੇਂ ਆਪਾਂ ਡਿਸਪੈਂਸਰੀ ਡਾਕਟਰ ਜਾਂਦੇ ਨਾ, ਡਾਕਟਰ ਅੰਦਰ ਬੈਠਾ ਹੈ, ਬਾਹਰ ਕੰਪਾਊਂਡਰ ਬੈਠਾ ਹੋਇਆ ਹੈ। ਕੈਮਿਸਟ ਦਾ ਰੋਲ ਤਾਂ ਕੰਪਾਊਂਡਰ ਦਾ ਹੋ ਗਿਆ। ਆਪਾਂ ਤਾਂ ਬੀਇੰਗ ਏ ਕੰਪਾਊਂਡਰ, ਜੋ ਡਾਕਟਰ ਨੇ ਲਿਖਿਆ ਉਹ ਆਪਾਂ ਡਿਸਪੈਂਸ ਕਰ ਰਹੇ ਹਾਂ। ਅੱਛਾ, ਉਹਦੇ ਤੇ ਮਾਰਜਨ ਕੀ ਹੈ? ਜੈਨੂਇਨ 20% ਪ੍ਰਿੰਟਲੈਸ ਮਾਰਜਨ ਹੈ। ਜੇ ਅਸੀਂ 5% ਕੈਸ਼ ਡਿਸਕਾਊਂਟ ਲਈਏ ਸਟਾਕਿਸਟ ਕੋਲੋਂ, ਫਿਰ ਮਾਰਜਨ 22% ਪੈਂਦਾ। ਉਹਦੇ 'ਚੋਂ ਵੀ ਹਰ ਕੈਮਿਸਟ 5 ਤੋਂ 10% ਡਿਸਕਾਊਂਟ ਦੇ ਰਿਹਾ। ਪਰ ਸਰ ਅਸੀਂ ਜਦੋਂ ਕੈਮਿਸਟ ਦੀ ਦੁਕਾਨ ਤੇ ਜਾਂਦੇ ਆ ਤੇ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ 130 ਰੁਪਏ ਪ੍ਰਿੰਟ ਹੈ ਉਹ ਕਹਿੰਦੇ 130 ਹੀ ਲੱਗੇਗਾ। ਬਿਲਕੁਲ ਸਰ, ਮੈਂ ਤਾਂ ਲਿਖ ਕੇ ਲਾਇਆ ਹੈ ਯੂ ਆਰ ਆਸਕਿੰਗ ਫॉर द ਬ੍ਰਾਂਡ, ਦੈਨ ਯੂ ਹੈਵ ਟੂ ਪੇ ਫॉर द ਬ੍ਰਾਂਡ। ਜੇ 130 MRP ਹੈ, ਉਹਦਾ ਬੰਦੇ ਦਾ ਮਾਰਜਨ ਹੀ 15 ਤੋਂ 20% ਹੈ ਤਾਂ 130 ਲਏਗਾ, ਉਹ ਕੱਟ ਕਿਉਂ ਲਏਗਾ?
ਤੁਸੀਂ ਦਵਾਈ ਮੰਗੋ, ਤੁਸੀਂ ਉਹਦੇ ਕੋਲ ਵੋਲਿਨ ਨਾ ਮੰਗੋ, ਤੇ ਕੋ ਮੈਨੂੰ ਪੇਨ ਕਿਲਰ ਜੈਲ ਦੇ ਦੇ, ਫਿਰ ਵੇਖੋ ਤੁਹਾਡੇ ਕੋਲ ਕਿੰਨੇ ਪੈਸੇ ਲੈਂਦਾ। ਜੇ ਤੁਸੀਂ ਕੋਈ ਵੋਲਿਨ ਨਹੀਂ ਮੰਗੋਗੇ, ਤੁਹਾਡੇ ਕੋਲ ਵੋਲਿਨ ਦਾ MRP ਲਏਗਾ, ਉਹਦਾ ਰਾਈਟ ਬੰਦਾ, ਠੀਕ ਹੈ ਜੀ। ਜੇ ਤੁਸੀਂ ਕਹੋਗੇ ਮੈਨੂੰ ਕਿ ਕੋਈ ਐਂਟੀਸੈਪਟਿਕ ਜੈਲ ਦੇ ਦੇ, ਕੋਈ ਪਿੰਜਲ ਦੇ ਦੇ, ਤਾਂ ਤੁਹਾਨੂੰ ਆਪਣੀ ਮਰਜ਼ੀ ਦੇਗਾ ਨਾ। ਸਵਾਲ ਹੈ ਕਿ ਇਹ ਨੈਕਸਸ ਬਣਿਆ ਕਿਵੇਂ? ਇਸ ਦਾ ਵੱਡਾ ਨੈਕਸਸ ਜਿਹੜਾ ਹੈ ਅੱਜ ਬਲਜਿੰਦਰ ਜਿੰਦੂ ਹੋਣਾ ਵੱਲੋਂ ਆਵਾਜ਼ ਚੁੱਕੀ ਗਈ, ਤੁਸੀਂ ਵੀ ਉਹਨਾਂ ਦੀ ਸਪੋਰਟ ਕਰ ਰਹੇ ਹੋ, ਬਟ ਇਹ ਨੈਕਸਸ ਬਣਿਆ ਕਿਵੇਂ? ਸਰ ਨੈਕਸਸ ਇੱਦਾਂ ਬੰਦਾ ਵੈ, ਜਦੋਂ ਕੋਈ ਜਨਤਾ ਕੋਈ ਪੇਸ਼ੈਂਟ ਲੋਇਲ ਹੈ ਪ੍ਰਸਕ੍ਰਿਪਸ਼ਨ ਦੇ ਨਾਲ, ਉਹਦੇ ਬ੍ਰਾਂਡ ਦੇ ਨਾਲ, ਫਿਰ ਇਹ ਨੈਕਸਸ ਕ੍ਰੀਏਟ ਹੁੰਦਾ ਵੈ। ਤੁਸੀਂ ਵੇਖੋ 150 ਕੰਪਨੀ ਬ੍ਰਾਂਡਡ ਆਪਰੇਟ ਕਰਦੀ ਹੈ, 1000 ਕੰਪਨੀ ਅੰਮ੍ਰਿਤਸਰ 'ਚ ਐਸੀ ਹੈ ਜਿਹੜੀ ਲੋਕਲ ਆਪਰੇਟ ਕਰ ਰਹੀ ਹੈ। ਹੁਣ ਡਾਕਟਰ ਜਿਹੜੇ ਆ ਬ੍ਰਾਂਡਡ ਮੈਡੀਸਨ ਨਾ ਲਿਖਣ ਦੀ ਬਜਾਏ ਲੋਕਲ ਮੈਡੀਸਨ ਲਿਖਦੇ ਆ, ਹੁਣ ਉਹਦੇ 'ਚ ਸਾਡਾ ਮਾਰਜਨ ਕਿੱਥੇ ਰਹਿ ਜਾਂਦਾ ਹੈ? ਸਾਡਾ ਮਾਰਜਨ ਆ ਜਾਂਦਾ ਤੁਸੀਂ ਲਗਾ ਲਓ ਕਿ 15 ਤੋਂ 16%। ਹੁਣ ਸਾਡੇ ਕੋਲ ਪੇਸ਼ੈਂਟ ਹੁੰਦਾ ਦਵਾਈ ਦੀ ਪਰਚੀ ਲੈ ਕੇ, ਬਈ ਇਹ ਦਵਾਈ ਦੇ ਦਿਓ, ਅਸੀਂ ਉਹਨੂੰ ਸਮਝਾਉਂਦੇ ਆ ਕਿ ਮੇਰੀ ਭੈਣੇ ਇਹ ਪੱਤਾ 140 ਰੁਪਏ ਦਾ ਹੈਗਾ ਵੈ, ਕੰਪਨੀ ਵੀ ਲੋਕਲ ਆ, ਇਹੀ ਕੰਪਨੀ ਬ੍ਰਾਂਡਡ ਲੈ ਲੈ, ਪੱਤਾ 30 ਰੁਪਏ ਦਾ ਆ ਜਾਣਾ ਵੈ। ਉਹ ਕੀ ਕਹਿੰਦੇ ਆ 100 ਚ 90 ਬੰਦੇ, ਨਹੀਂ ਭਾਜੀ ਤੁਸੀਂ ਸਿਆਣੇ ਨਾ ਬਣੋ, ਜੋ ਡਾਕਟਰ ਸਾਹਿਬ ਨੇ ਲਿਖਿਆ ਸਾਨੂੰ ਉਹੀ ਦਵਾਈ ਦੇਣੀ ਹੈ। ਜੇ ਉਹੀ ਦਵਾਈ ਦੇ ਕੇ ਆਪ 140 ਲੈ ਕੀ ਗੁਨਾਹ ਕਰ ਲਿਆ? ਕੋਈ ਗੁਨਾਹ ਨਹੀਂ ਕਰ ਲਿਆ। ਇਹਦਾ ਮਤਲਬ ਕਿ ਫਿਰ ਨੈਕਸਸ ਡਾਕਟਰ ਚਲਾ ਰਹੇ? ਸਰ ਦੇਖੋ ਇਹ ਤਾਂ ਫਾਰਮਾ ਕੰਪਨੀਆਂ ਜਿਨ੍ਹਾਂ ਦੀ ਖਰਬਾਂ ਰੁਪਏ ਦੀ ਸੇਲ ਹੈ, ਤੇ ਜਿਹੜੇ ਪ੍ਰਸਕ੍ਰਾਈਬਿੰਗ ਡਾਕਟਰ ਹੈ ਜਿਹੜੇ ਉਹਨਾਂ ਬ੍ਰਾਂਡ ਲਿਖਦੇ ਆ। ਵੇਖੋ ਤੁਸੀਂ ਇੰਡੀਆ ਤੋਂ ਬਾਹਰ ਚਲੇ ਜਾਓ, ਆਪਾਂ ਫੋਰਨ ਜਾਂਦੇ ਆ, ਤੁਸੀਂ ਕਿਸੇ ਡਾਕਟਰ ਕੋਲ ਜਾਓ, ਡਾਕਟਰ ਕਦੀ ਬ੍ਰਾਂਡ ਲਿਖਦਾ? ਉਹ ਲਿਖਦਾ ਮੋਲੀਕੂਲ ਨੇਮ। ਤੁਸੀਂ ਕੈਮਿਸਟ ਕੋਲ ਜਾਂਦੇ ਹੋ, ਕੈਮਿਸਟ ਤੁਹਾਨੂੰ 4 ਲਾਉਂਦਾ ਦਵਾਈਆਂ, ਫਾਈਜ਼ਰ ਦੀ, ਸਿਪਲਾ ਦੀ, ਰਨਬੈਕਸੀ ਦੀ, ਤੁਹਾਨੂੰ ਜਿਹੜਾ ਮਨ ਚਾਹੀਦਾ ਰੇਟ ਉੱਥੇ ਉਹ ਲੈ ਲੈਂਦੇ ਹੋ। ਜੋ ਤੁਸੀਂ ਇੰਡੀਆ 'ਚ ਕੈਮਿਸਟ ਕੋ ਆਉਂਦੇ ਹੋ, ਤੁਸੀਂ ਬ੍ਰਾਂਡ ਮੰਗਦੇ ਹੋ, ਦਵਾਈ ਤਾਂ ਤੁਸੀਂ ਕਦੀ ਮੰਗੀ ਨਹੀਂ। ਤੁਸੀਂ ਕਿਸੇ ਨੂੰ ਕਿਹਾ ਕਿ ਮੈਨੂੰ ਸਿਪਰੋਫਲੋਕਸਾਸਿਨ ਦੇ ਦਿਓ, ਤੁਸੀਂ ਕਹਿੰਦੇ ਜੀ ਸਿਪਰੋਬਿਟ ਦੇ ਦਿਓ। ਹੁਣ ਜੋ ਤੁਸੀਂ ਸਿਪਰੋਬਿਟ ਮੰਗੀ ਹੈ ਤੇ ਤੁਸੀਂ ਪੇਮੈਂਟ ਕਿੱਦੀ ਦੇਣੀ ਹੈ ਸਿਪਰੋਬਿਟ ਦੀ? ਹੁਣ ਚੱਕਰ ਕੀ ਹੈ? ਹੁਣ ਇਸ ਤਰ੍ਹਾਂ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ, ਤੁਸੀਂ ਬਲਜਿੰਦਰ ਜਿੰਦੂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਵੇਖੋ ਜੀ, ਉਸ ਇਨਸਾਨ ਨੇ ਨਬਜ਼ ਠੀਕ ਪਕੜੀ ਹੈ, ਪਰ ਟਰੈਕ ਗਲਤ ਫੜ ਲਿਆ। ਜਦ ਕਿ ਉਹਨੂੰ ਉਹਦੇ ਕੋਲ ਪਰਚੀਆਂ ਉੱਥੇ ਆਉਂਦੀਆਂ ਪਈਆਂ, ਹੁਣ ਪਰਚੀ ਡਾਕਟਰ ਲਿਖਦਾ ਪਿਆ ਵਾ। ਹੁਣ ਉਹ ਜਿਹੜੇ ਪੇਸ਼ੈਂਟ ਨੂੰ ਸਮਝਾ ਪਾਏਗਾ ਕਿ ਮੈਂ ਗੂਗਲ ਤੇ ਚੈੱਕ ਕਰ ਲਿਆ ਜੀ ਇਹ ਸੇਮ ਸਾਲਟ ਹੈਗਾ ਵੈ, ਉਹਨੂੰ ਡਿਸਕਾਊਂਟ ਦੇ ਪਾਏਗਾ। ਜਿਹੜਾ ਗਾਹਕ ਉਹਦੇ ਕੋਲ ਪੇਸ਼ੈਂਟ ਨਹੀਂ ਸਮਝ ਪਾਏਗਾ, ਉਹਨੂੰ ਕੀ ਕਰੇਗਾ? ਉਹ ਡਿਸਕਾਊਂਟ ਦੇ ਪਾਏਗਾ। ਪਰ ਇਹ ਕੀ ਸਮਝਦੇ ਹੋ ਨੈਕਸਸ ਕਿਹਨਾਂ ਦਾ ਹੈ? ਦੇਖੋ ਸਰ, ਨੈਕਸਸ ਦਾ ਮੇਨ ਚੱਲਦਾ ਫਾਰਮਾ ਕੰਪਨੀਆਂ ਦਾ, ਜਿਹੜੀਆਂ ਸਪਾਂਸਰਸ਼ਿਪ ਦੇ ਕੇ ਮੈਡੀਕਲ ਰੱਖ ਕੇ ਚੋਲਾ ਪਕੜਾ ਕੇ ਕੰਮ ਕਰਾਉਂਦੀਆਂ। ਨੈਕਸਸ ਤਾਂ ਉਹ ਹੈ। ਕੈਮਿਸਟ ਦਾ ਰਿਐਲਿਟੀ ਵਿੱਚ ਮੈਂ ਤੁਹਾਨੂੰ ਦੱਸਦਾ ਮੈਂ ਕਿ ਅੱਜ ਤੁਸੀਂ ਹਾਲਾਤ ਕੈਮਿਸਟ ਦੇਖ ਲਓ, ਅੱਜ ਕੋਈ ਕੈਮਿਸਟ ਜਿਹੜਾ ਵੈ ਆਪਣੇ ਬ੍ਰੈਡ ਐਂਡ ਬਟਰ ਤੋਂ ਉੱਪਰ ਨਹੀਂ ਹੈਗਾ। ਸਾਡੇ ਤੇ 1700 ਕੈਮਿਸਟ ਅੰਮ੍ਰਿਤਸਰ 'ਚ ਹੈਗਾ ਵੈ, 1700 'ਚ 1600 ਕੈਮਿਸਟ ਬ੍ਰੈਡ ਐਂਡ ਬਟਰ ਤੇ ਹੈ। ਉਹ ਵੀ ਕਿੱਦਾਂ ਚੱਲ ਰਿਹਾ? ਵੇਖੋ ਉਹਦੇ 'ਚ ਵੀ ਇਹ ਦਵਾਈਆਂ ਦਾ ਰੋਲ ਹੈ, ਜਾਨੀ ਦਵਾਈਆਂ ਦਾ। ਜੇ ਤੁਹਾਨੂੰ ਢਿੱਡ 'ਚ ਪੀੜ ਹੋ ਗਈ ਰਾਤੀ, ਤੁਸੀਂ ਡਾਕਟਰ ਕੋਲ ਜਾਣਾ, ਉਹਨੇ 500 ਰੁਪਏ OPD ਲੈਣੀ ਹੈ, ਤੁਸੀਂ ਗਏ ਕੈਮਿਸਟ ਕੋਲ, ਤੁਹਾਨੂੰ ਕੈਮਿਸਟ 3 ਦਿਨ ਦੀ ਖੁਰਾਕ ਬਣਾ ਕੇ ਦਿੱਤੀ, ਇਹੀ ਜੈਨਰਿਕ ਮੋਲੀਕੂਲਸ ਦੀ ਬਿਨਾਂ ਬ੍ਰਾਂਡ ਤੋਂ, ਤੁਹਾਡੇ ਕੋਲ ਲੈਣਾ ਉਹਨੇ 50 ਰੁਪਏ, ਤੁਹਾਡਾ ਰੁਪਿਆ 450 ਬਚ ਗਿਆ। ਜੇ 50 'ਚੋਂ 20 ਰੁਪਏ ਕਮਾਏ, ਉਹ ਤਾਂ ਵੀ ਤੁਹਾਡਾ ਰੱਬ ਹੈ। ਪਰ ਆਪਾਂ ਹੁਣ ਗੱਲ ਕਰੀਏ ਤਾਂ ਇਹ ਨੈਕਸਸ ਟੁੱਟੇਗਾ ਕਿਵੇਂ? ਕਿਸ ਤਰ੍ਹਾਂ ਟੁੱਟ ਸਕਦਾ ਹੈ? ਕਿਉਂਕਿ ਤਾਂ ਕਿ ਲੋਕਾਂ ਨੂੰ ਵੀ ਤਾਂ ਕੁਝ ਰਾਹਤ ਮਿਲ ਸਕੇ। ਸਰ ਇਦਾਂ ਦਾ ਇੱਕ ਐਜੂਕੇਸ਼ਨ ਹੈ। ਵੇਖੋ ਤੁਹਾਨੂੰ ਕੋਈ ਡਾਕਟਰ ਦਵਾਈ ਲਿਖਦਾ, ਉਹ ਡਾਕਟਰ ਹੈ, ਪੜ੍ਹਿਆ ਲਿਖਿਆ ਹੋਇਆ, ਦਵਾਈ ਉਹੀ ਪ੍ਰੈਸਕ੍ਰਾਈਬ ਕਰ ਸਕਦਾ। ਅਸੀਂ ਦਵਾਈ ਨਹੀਂ ਤੁਹਾਨੂੰ ਪ੍ਰੈਸਕ੍ਰਾਈਬ ਕਰ ਸਕਦੇ। ਜਿਹੜੀ ਦਵਾਈ ਡਾਕਟਰ ਲਿਖਦਾ ਹੋਇਆ, ਤੁਸੀਂ ਗੂਗਲ ਤੇ ਜਾਓ, ਤੁਸੀਂ ਮੋਲੀਕੂਲ ਸਰਚ ਕਰੋ, ਉਹਦੇ ਆਲਟਰਨੇਟ ਬ੍ਰਾਂਡ ਸਰਚ ਕਰ ਲਓ। ਤੁਸੀਂ ਨਹੀਂ ਕਰ ਸਕਦੇ, ਤੁਸੀਂ ਕੈਮਿਸਟ ਨੂੰ ਪੁੱਛੋ, ਹੁਣ ਕਹੇ ਜੀ ਮੇਰੀ ਪ੍ਰੈਸਕ੍ਰਿਪਸ਼ਨ ਹੈਗੀ ਹੈ, ਇਹ ਤੇ ਮੈਨੂੰ ਸਸਤਾ ਮੈਂ ਬ੍ਰਾਂਡ ਕਿਹੜਾ ਮਿਲ ਸਕਦਾ? ਪਰ ਜੇਕਰ ਮਰੀਜ਼ ਨੂੰ ਕੁਝ ਹੋ ਜਾਵੇ, ਡਾਕਟਰ ਕਹਿੰਦਾ ਤਾਂ ਕਰ ਲਈ ਆਪਣੀ ਮਰਜ਼ੀ, ਇੱਕੋ ਲਾਈਨ ਕਹਿੰਦਾ। ਹਾਂ ਵੇਖੋ ਜੀ, ਡਾਕਟਰ ਨੂੰ ਕੋ ਦਵਾਈ ਉਹੀ ਹੈ, ਜਾਂ ਤਾਂ ਡਾਕਟਰ ਮੋਲੀਕੂਲ ਲਿਖੇ, ਜਾਂ ਮੋਲੀਕੂਲ ਤਾਂ ਡੱਬੀ ਤੋਂ ਲਿਖਿਆ ਪਿਆ ਹੋਇਆ। ਜਦੋਂ ਤੁਸੀਂ ਦਵਾਈ ਲੈਣ ਆਉਂਦੇ ਹੋ, ਡੱਬੀ ਫੜਦੇ ਪਤਾ ਮੋਲੀਕੂਲ ਤਾਂ ਲਿਖਿਆ ਪਿਆ ਹੋਇਆ, ਤੁਸੀਂ ਦੂਜਾ ਮੋਲੀਕੂਲ ਜੋ ਲੈ ਲੈਂਦੇ ਹੋ, ਫਿਰ ਸੇਮ ਤਾਂ ਫਰਕ ਹੈ ਨਾ, ਜੇ ਮੋਲੀਕੂਲ ਸੇਮ ਦਿੱਤਾ। ਪਰ ਫਿਰ ਡਾਕਟਰ ਵਹਿਮ ਬੜੇ ਪਾਉਂਦੇ ਜੀ, ਤੁਹਾਨੂੰ ਮੈਂ ਜਿਹੜੀ ਦਵਾਈ ਕਹੀ ਸੀ ਉਹ ਨਹੀਂ ਕੀਤੀ, ਉਹ ਕੀ ਨੈਕਸਸ ਹੈ? ਵੇਖੋ ਜੀ, ਬਿੱਲੀ ਰਸਤਾ ਕੱਟ ਗਈ ਹੈ ਤੇ ਤੁਹਾਡਾ ਸ਼ੁਭ ਹੋਏ ਨਾ ਹੈਗਾ ਵੈ, ਨੈਕਸਸ ਉਹ ਵੀ ਨੈਕਸਸ ਹੈ ਧਰਮ ਦਾ, ਤੇ ਫਾਰਮਾ ਦਾ ਨੈਕਸਸ ਹੈ। ਇਹ ਤਾਂ ਸਾਡੀ ਕਾਮਨ ਮੈਨ ਦੀ ਕਾਮਨ ਸੈਂਸ ਚਾਹੀਦੀ ਹੈ। ਇਫ ਯੂ ਆਰ ਕਾਮਨ ਮੈਨ, ਵੀ ਸ਼ੁੱਡ ਹੈਵ ਅ ਕਾਮਨ ਸੈਂਸ। ਜੇ ਸਾਡੀ ਕਾਮਨ ਸੈਂਸ ਨਹੀਂ ਹੈ ਤੇ ਦੈਨ ਵੀ ਹੈਵ ਟੂ ਪੇ। ਫਿਰ ਕੋਈ ਕੈਮਿਸਟ ਚੋਰ ਨਹੀਂ ਹੈ, ਕੈਮਿਸਟ ਆ ਕੰਪਾਊਂਡਰ ਆ, ਤੁਸੀਂ ਜੋ ਮੰਗਿਆ ਉਹਨੂੰ ਦੇਤਾ, ਤੇ ਜੋ ਨੂੰ ਰੇਟ ਆਇਆ ਉਹਨੇ ਉਸੇ ਰੇਟ ਤੇ ਵਪਾਰ ਕਰਨਾ। ਵੈਸੇ ਕੈਮਿਸਟ ਦਾ ਰੋਲ ਕੀ ਹੁੰਦਾ? ਸਰ ਕੈਮਿਸਟ ਦਾ ਰੋਲ ਹੈਗਾ ਵੈ ਕਿ ਪੇਸ਼ੈਂਟ ਨੂੰ ਉਹਦੀ ਨੀਡ ਦੀ ਮੈਡੀਸਨ ਅਵੇਲੇਬਲ ਕਰਾਣੀ, ਠੀਕ ਹੈ ਜੀ। ਪਰ ਸਾਡੇ ਇੱਥੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਫਾਰਮੇਸੀਸ ਚਲਦੀਆਂ ਹੀ ਨਹੀਂ। ਤੁਹਾਨੂੰ ਹੈਰਾਨਗੀ ਹੋਏਗੀ ਕਿ ਫਾਰਮੇਸੀ ਅਲੱਗ ਚੀਜ਼ ਹੁੰਦੀ ਹੈ, ਮੈਡੀਕਲ ਸਟੋਰ ਅਲੱਗ ਚੀਜ਼ ਹੁੰਦੀ ਹੈ। ਵੀ ਆਰ ਹੈਵਿੰਗ ਦ ਲਾਇਸੈਂਸ ਫॉर ਦ ਰਿਟੇਲ ਸੇਲ ਮੈਡੀਸਨਸ ਦੈਟ ਆਰ ਪ੍ਰੈਸਕ੍ਰਾਈਬਡ ਬਾਈ ਦ ਡਾਕਟਰਸ। ਆਪਾਂ ਫਾਰਮੇਸੀ ਨਾਂ ਤਾਂ ਰੱਖਦੇ ਹਾਂ, ਵੀ ਆਰ ਨਾਟ ਇਨ ਦ ਫਾਰਮੇਸੀਸ, ਬਿਕੋਜ਼ ਆ ਮੋਲੀਕੂਲ ਤਾਂ ਆਪਾਂ ਦਿੰਦੇ ਨਹੀਂ ਪਏ ਕਿਸੇ ਨੂੰ, ਸਾਡੇ ਕੋਲ ਮੋਲੀਕੂਲ ਦੀ ਪਰਚੀ ਨਹੀਂ ਆਉਂਦੀ, ਠੀਕ ਹੈ ਨਾ। ਮਤਲਬ
ਸਿੱਧੇ ਤੌਰ ਤੇ ਕਹੀਏ ਤੇ ਫਾਰਮਾ ਕੰਪਨੀਆਂ ਤੇ ਡਾਕਟਰਾਂ ਦਾ ਇੱਕ ਨੈਕਸਸ ਹੈ ਜਿਹਦੇ ਕਰਕੇ ਇਹ ਸਾਰਾ ਦੇਸ਼ ਜਿਹੜਾ ਭੁਗਤ ਰਿਹਾ। ਦੇਖੋ ਜੀ, ਜਿਹੜਾ ਮੁੱਦਾ ਉੱਠਿਆ, ਇਹ ਮੁੱਦਾ ਅੱਜ ਤੋਂ 7-8 ਸਾਲ ਪਹਿਲੇ ਅਮੀਰ ਖਾਨ ਨੇ ਉਠਾਇਆ ਸੀ, ਉਦੋਂ ਸਾਨੂੰ ਦੇਖਿਆ ਸੀ। ਇਹ ਮੁੱਦਾ ਸਾਡੇ ਆਨਰੇਬਲ ਪੀਐਮ ਸਾਹਿਬ ਨੂੰ ਉਠਾਇਆ, ਜਨ ਔਸ਼ਧੀ ਕੇਂਦਰ ਖੋਲੇ ਨੁੱਕਰ ਨੁੱਕਰ ਤੇ ਕੋਈ ਬੰਦਾ ਜਨ ਔਸ਼ਧੀ ਕੇਂਦਰ ਤੇ ਜਾ ਕੇ ਰਾਜੀ ਨਹੀਂ। ਕਿਉਂ ਨਹੀਂ ਜਾ ਕੇ ਰਾਜੀ? ਤੇ ਪਬਲਿਕ ਨੂੰ ਪੁੱਛੋ। ਜਿਹੜੀ ਇੱਕ ਚੀਜ਼ 100 ਰੁਪਏ ਦੀ ਹੈਗੀ ਹੈ ਬ੍ਰਾਂਡਡ, ਜਨ ਔਸ਼ਧੀ ਤੇ ਮੋਦੀ ਸਾਹਿਬ 20 ਰੁਪਏ ਦੀ ਦੇ ਰਹੇ ਆ। ਜਿਹੜਾ ਬੰਦਾ ਕਰੇਗਾ, ਸਾਡਾ ਫਾਰਮਾਸਿਸਟ ਭਰਾ ਹੀ ਹੋਇਆ। ਅੱਛਾ, ਮੋਦੀ ਸਾਹਿਬ ਵੀ ਫਿਰ ਉਸ ਜਨ ਔਸ਼ਧੀ ਤੇ 20% ਕਮਿਸ਼ਨ ਦੇ ਰਹੇ ਆ ਕਿ ਜਿਹੜਾ ਬੰਦਾ ਜਨ ਔਸ਼ਧੀ ਲਏਗਾ ਉਹਨੂੰ 20% ਮਾਰਜਨ ਤੇ ਮੈਡੀਸਨ ਮਿਲਣਗੀਆਂ। ਯਾਨੀ ਕਿ 20% ਮਾਰਜਨ ਤੇ ਇੱਕ ਜਨਰਲ ਸਮਝਿਆ ਗਿਆ ਨਾ, ਕਿਉਂਕਿ ਦਵਾਈਆਂ ਨਹੀਂ ਜ਼ਿਆਦਾ ਵਿਕਦੀਆਂ ਤਾਂ ਹੈ ਨਹੀਂ। ਠੀਕ ਹੈ ਨਾ, ਕਾਸਮੈਟਿਕ ਬੰਦਾ ਵੇਚ ਕੇ, ਲੈਕਟੋਜਨ ਵੇਚ ਕੇ ਸਾਰਾ ਦੁਕਾਨ ਤੇ ਚਲਾ ਰਿਹਾ, ਖਾਲੀ ਮੈਡੀਸਨ ਤਾਂ ਹੈ ਨਹੀਂ। ਲੈਕਟੋਜਨ ਤੇ ਮਾਰਜਨ 8% ਹੈ। ਪਰ ਹੁਣ ਬਣੂ ਕੀ ਮਤਲਬ ਕਿਸ ਤਰੀਕੇ ਦੇ ਨਾਲ ਦਾ ਹੱਲ ਕੀ ਬਣੂ ਨਹੀਂ ਕੀ ਜੀ? ਜੇ ਪੋਜ਼ਿਟਿਵ ਇਹਨਾਂ ਮੁਹਿੰਮ ਚੱਲੇਗੀ, ਲੋਕੀ ਸਮਝਣਗੇ, ਲੋਕੀ ਖੁਦ ਡਰਗ ਡਿਮਾਂਡ ਕਰਨ, ਬ੍ਰਾਂਡ ਨਾ ਡਿਮਾਂਡ ਕਰਨ। ਜੇ ਲੋਕੀ ਬ੍ਰਾਂਡ ਦੀ ਡਿਮਾਂਡ ਕਰਨਗੇ ਦੈਨ ਕੈਮਿਸਟ ਉਹਨਾਂ ਦੀ ਹੈਲਪ ਨਹੀਂ ਕਰ ਸਕਦਾਗਾ। ਜੇ ਲੋਕੀ ਡਰਗ ਜਾਂ ਮੋਲੀਕੂਲ ਡਿਮਾਂਡ ਕਰਨਗੇ ਤੇ ਕੈਮਿਸਟ ਉਹਨਾਂ ਦੀ ਹੈਲਪ ਕਰ ਸਕਦਾ। ਸ਼ੁਕਰੀਆ ਜੀ। ਤੋ ਇਹ ਇੱਕ ਅਹਿਮ ਜਾਣਕਾਰੀ ਅੱਜ ਤੁਹਾਨੂੰ ਦੱਸੀਏ ਕਿ ਕਿਸ ਤਰੀਕੇ ਦਾ ਨੈਕਸਸ ਜਿਹੜਾ ਚੱਲ ਰਿਹਾ ਹੈ ਔਰ ਜਿਹਨੂੰ ਲੈ ਕੇ ਬਲਜਿੰਦਰ ਜਿੰਦੂ ਹੋਣਾ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਸੀ ਤੇ ਅੱਜ ਵੀ ਇੱਕ ਵੱਡਾ ਖੁਲਾਸਾ ਕੀਤਾ ਜਾ ਰਿਹਾ ਕਿ ਜਿਹੜਾ ਨੈਕਸਸ ਹੈ ਉਸਲੇ 'ਚ ਫਾਰਮਾ ਕੰਪਨੀ ਅਤੇ ਡਾਕਟਰਾਂ ਦੇ ਵਿੱਚ ਹੈ। ਕੈਮਿਸਟ ਕੋ ਲੋਕ ਬ੍ਰਾਂਡ ਮੰਗਣ ਆਉਂਦੇ ਨੇ, ਨਾ ਕਿ ਦਵਾਈ ਮੰਗਣ ਆਉਂਦੇ ਨੇ। ਅਗਰ ਉਹਨਾਂ ਕੋ ਦਵਾਈ ਮੰਗਣ ਤਾਂ ਸਸਤੇ ਦੇ ਰਹੇ ਨੇ। ਅੰਮ੍ਰਿਤਸਰ 'ਚ ਵੀ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ। ਅਸੀਂ ਤੁਹਾਨੂੰ ਦਿਖਾ ਰਿਹਾ ਕਿ 70% ਤੱਕ ਲੈਸ ਜਿਹੜੀ ਹੈ ਦਵਾਈਆਂ ਦੇ ਉੱਤੇ ਦਿੱਤੀ ਜਾ ਰਹੀ ਹੈ। ਮੈਂ ਫਿਰ ਕਹਿ ਰਿਹਾ, ਦਵਾਈਆਂ ਦੇ ਉੱਤੇ, ਬ੍ਰਾਂਡ ਤੇ ਨਹੀਂ, ਕਿਉਂਕਿ ਬ੍ਰਾਂਡ ਦੀ ਜਿਹੜੀ ਕੰਪਨੀਆਂ ਨੇ ਉਹ ਡਾਕਟਰ ਸਾਹਿਬਾਨ ਵੱਲੋਂ ਆਪਣੀ ਮਰਜ਼ੀ ਨਾਲ ਦਵਾਈ ਤਿਆਰ ਕਰਕੇ ਕੀਤੀ ਜਾਂਦੀ ਹੈ, ਜਿਹਦੇ ਕਰਕੇ ਆਮ ਜਨਤਾ ਦੇ ਉੱਤੇ ਕਾਫੀ ਬੋਝ ਪੈ ਰਿਹਾ ਹੈ। ਉਮੀਦ ਕਰਦੇ ਹਾਂ ਕਿ ਲੋਕ ਜਾਗਰੂਕ ਹੋਣਗੇ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਕਪੜੇਬਾਜ਼ੀ ਹੈ ਉੱਥੋਂ ਛੁਟਕਾਰਾ ਮਿਲ ਸਕਣ ਤੇ ਲੋਕ ਵੀ ਜਾਗਰੂਕ ਹੋ ਕੇ ਆਪਣੇ ਡਾਕਟਰ ਸਾਹਿਬਾਨ ਨੂੰ ਕਹਿਣ ਕਿ ਉਹਨਾਂ ਨੂੰ ਮੋਲੀਕਿਊਲ ਯਾਨੀ ਕਿ ਉਹਦਾ ਜਿਹੜਾ ਜੈਨਰਿਕ ਹੈ ਉਹਦੇ ਬਾਰੇ ਦੱਸਿਆ ਜਾਵੇ, ਨਾ ਕਿ ਬ੍ਰਾਂਡ ਬਾਰੇ, ਜਿਹਦੇ ਨਾਲ ਕਿ ਲੋਕਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।